जून 1984 एक ऐसा अणचितव्या कहर सी जो सिख कौम के घरां दे घर उजाड़ गया। मावां दे पुत सुहागणां दे सुहाग इस कहर की बलि चढ़ गए। इस हमले विचों जो कुछ को सिख बचे उन्हां दियां अखां थरा जांदियां ने जदों इस कहर का अपनी जुबान तो वर्णन करते ने। बलजीत सिंह खालसा ने अजिहे ਸਿੰਘਾਂ नाल मुलाकातां कीतियां जो दरबार साहब ते होए हमले दौरान अंदर सन। ਭਾਰਤੀ ਹਕੂਮਤ ਤੇ ਇਹਦੀ ਫੌਜ ਜਿਹੜੀ ਹੈ ਕਿ ਦੁਨੀਆ ਦੇ ਵਿੱਚ ਤੀਜੀ ਥਾਂ ਤੇ ਤਾਕਤਵਰ ਫੌਜ ਮੰਨੀ ਜਾਂਦੀ ਹੈ। ਜੇ ਗੱਲ ਸਿਰਫ 34 ਬੰਦਿਆਂ ਨੂੰ ਫੜਨ ਦੀ ਹੁੰਦੀ ਤੇ ਫਿਰ ਮੇਰੇ ਖਿਆਲ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਬਾਕੀ ਸਾਰੀ ਦੁਨੀਆ ਦੇ ਨਾਲੋਂ ਕੱਟ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ, ਲੋਕਾਂ ਨੂੰ ਘਰਾਂ 'ਚ ਬੰਦ ਕਰ ਦਿੱਤਾ ਗਿਆ ਤੇ 2 ਲੱਖ ਫੌਜ ਜਿਹੜੀ ਆ ਉਹਦੀ ਵਰਤੋਂ ਕੀਤੀ ਗਈ। ਹਵਾਈ ਫੌਜ ਇਹਦੇ ਵਿੱਚ ਵਰਤੀ ਗਈ, ਗੋਤਾਖੋਰ ਇਹਦੇ ਵਿੱਚ ਵਰਤੇ ਗਏ। ਉਹ ਸਿਰਫ 34 ਰੂਪੋਸ਼ ਬੰਦਿਆਂ ਨੂੰ ਫੜਨ ਲਈ ਨਹੀਂ ਸੀ। ਇਹ ਤੇ ਇੱਕ ਕੌਮ ਦੀ ਨਸਲਕੁਸ਼ੀ ਕਰਨ ਦੀ ਜਿਹੜੀ ਆ ਪਲੈਨਿੰਗ ਜਿਹੜੀ ਬੜੇ ਲੰਮੇ ਸਮੇਂ ਤੋਂ ਤਿਆਰ ਕੀਤੀ ਜਾ ਰਹੀ ਸੀ, ਉਸ ਨੂੰ ਅਮਲ ਦੇ ਵਿੱਚ ਲਿਆਉਣ ਲਈ ਇਹ ਹਮਲਾ ਕੀਤਾ ਗਿਆ। 1 ਜੂਨ 1984 ਨੂੰ ਦਰਬਾਰ ਸਾਹਿਬ ਦੀ ਮੁਕੰਮਲ ਘੇਰਾਬੰਦੀ ਕਰਕੇ ਕਰਫਿਊ ਲਾ ਕੇ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੀ ਜ਼ੋਰ ਫੜ ਚੁੱਕੀ ਲਹਿਰ ਨੂੰ ਕੁਚਲਣ ਅਤੇ ਸਿੱਖ ਕੌਮ ਦੇ ਮਹਾ ਵਿਨਾਸ਼ ਲਈ ਭਾਰਤੀ ਹਕੂਮਤ ਨੇ 70,000 ਤੋਂ ਵੱਧ ਦੀ ਫੌਜ ਨਾਲ ਦਰਬਾਰ ਸਾਹਿਬ ਤੇ ਹੈਲੀਕਾਪਟਰਾਂ ਸਮੇਤ ਧਾਵਾ ਬੋਲ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਜਿਹੜੀ ਆ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਤੀ ਆ ਤੇ ਇਹਦਾ ਨਾਮ ਅਕਾਲ ਤਖਤ ਰੱਖੇ ਜਾਣ ਦਾ ਮਕਸਦ ਹੀ ਇਹੀ ਸੀਗਾ ਕਿ ਇੱਥੇ ਜਿਹੜੇ ਦੂਜੇ ਝੂਠੇ ਤਖਤ ਨੇ ਜਾਂ ਝੂਠੀਆਂ ਹਕੂਮਤਾਂ ਜਿਹੜੀਆਂ ਨੇ ਆਪਣੇ ਧੱਕੇਸ਼ਾਹੀ ਵਾਲੇ ਕਾਨੂੰਨ ਜਿਨ੍ਹਾਂ ਨੇ ਜਾਰੀ ਕੀਤੇ ਹੋਏ ਆ ਤੇ ਇਹ ਸੱਚਾ ਤਖਤ ਅਕਾਲ ਪੁਰਖ ਦਾ ਤਖਤ ਹੈ ਜਿੱਥੋਂ ਆਮ ਪੀੜਤ ਲੋਕਾਂ ਨੂੰ, ਮਜ਼ਲੂਮ ਲੋਕਾਂ ਨੂੰ ਨਿਆਂ ਮਿਲੇਗਾ ਤੇ ਝੂਠ ਤੇ ਜ਼ੁਲਮ ਦੇ ਸਹਾਰੇ ਜਿਹੜੀਆਂ ਚੱਲਣ ਵਾਲੀਆਂ ਹਕੂਮਤਾਂ, ਜਿਹੜੇ ਤਖਤ ਨੇ, ਉਹਨਾਂ ਨੂੰ ਇਸ ਥਾਂ ਤੋਂ ਚੁਣੌਤੀ ਦਿੱਤੀ ਜਾਏਗੀ ਤੇ ਇੱਥੋਂ ਉਹਨਾਂ ਦੇ ਖਿਲਾਫ ਸੰਘਰਸ਼ ਦਾ ਬਿਗਲ ਜਿਹੜਾ ਵਜਾਇਆ ਜਾਏਗਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਖੁਦ ਹਕੂਮਤ ਦੇ ਨਾਲ 4 ਜੰਗਾਂ ਲੜੀਆਂ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਜਿਹੜਾ ਕਿ ਉਹਨਾਂ ਨੇ ਇਸ ਤਰ੍ਹਾਂ ਰੂਪਮਾਨ ਕਰਕੇ ਵਿਖਾਇਆ ਕਿ ਅਕਾਲ ਤਖਤ ਦੀ ਛਤਰ ਛਾਇਆ ਦੇ ਹੇਠ ਜ਼ੁਲਮ ਜਬਰ ਤੇ ਟੇਕ ਰੱਖਣ ਵਾਲੇ ਤਖਤ ਜਿਹੜੇ ਨੇ ਉਹਨਾਂ ਨੂੰ ਇੱਥੋਂ ਚੁਣੌਤੀ ਦਿੱਤੀ ਜਾਇਆ ਕਰੇਗੀ। ਇਸ ਕਰਕੇ ਜਿਹੜਾ ਜਿੱਥੋਂ ਜਦੋਂ ਵੀ ਕਿਸੇ ਹਕੂਮਤ ਦੇ ਜ਼ੁਲਮ ਦੇ ਖਿਲਾਫ ਜਦੋਂ ਸਿੱਖਾਂ ਨੇ ਸੰਘਰਸ਼ ਕੀਤਾ ਤੇ ਉਸ ਸੰਘਰਸ਼ ਦਾ ਆਗਾਜ਼ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦਾ ਰਿਹਾ, ਇਹ ਸਿੱਖਾਂ ਦੀ ਪਰੰਪਰਾ। ਤੇ ਇਸ ਕਰਕੇ ਜਦੋਂ 1947 ਤੋਂ ਬਾਅਦ ਜਿਹੜਾ ਕਿ ਲਗਾਤਾਰ ਸਿੱਖ ਕੌਮ ਦੇ ਉੱਤੇ ਜ਼ੁਲਮ ਜਬਰ ਧੱਕੇਸ਼ਾਹੀ ਜਿਹੜੀ ਹੋ ਰਹੀ ਸੀ, ਉਹਦੇ ਖਿਲਾਫ ਸੰਘਰਸ਼ ਆਰੰਭ ਕਰਨ ਲਈ ਜਿਹੜੀ ਆ ਕਿ ਇਸ ਤੋਂ ਬਿਹਤਰ ਥਾਂ ਜਿਹੜੀ ਆ ਅਸਥਾਨ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਕਰਕੇ ਇਸ ਸੰਘਰਸ਼ ਦਾ ਆਗਾਜ਼ ਸੰਤ ਪਿੰਡਰਾਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਕੀਤਾ। ਟੈਂਕਾਂ ਦੇ ਗੋਲਿਆਂ ਨਾਲ ਸਿੱਖ ਕੌਮ ਦੇ ਸ਼੍ਰੋਮਣੀ ਤਖਤ ਅਕਾਲ ਤਖਤ ਸਾਹਿਬ ਨੂੰ ਫੇਰ ਬਣਾ ਦਿੱਤਾ ਗਿਆ। ਦਰਸ਼ਨੀ ਜੋੜੀ ਨੂੰ ਤੋਪਾਂ ਦੇ ਗੋਲਿਆਂ ਨਾਲ ਵਿੰਨ ਦਿੱਤਾ ਗਿਆ। ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲੀਆਂ ਨਾਲ ਜ਼ਖਮੀ ਕੀਤਾ ਗਿਆ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ, ਸਿੱਖਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਲਿਤਾੜ ਦਿੱਤੇ ਗਏ ਤਾਂ ਜੋ ਸਿੱਖ ਕੌਮ ਮੁੜ ਸਿਰ ਤੇ ਆਵਾਜ਼ ਚੁੱਕਣ ਦਾ ਹੀਆ ਨਾ ਕਰ ਸਕੇ। ਇਹ ਜੰਗ ਸੰਤ ਜਰਨੈਲ ਸਿੰਘ ਜਾਂ ਜੁਝਾਰੂ ਸਿੰਘਾਂ ਨੇ ਨਹੀਂ ਸ਼ੁਰੂ ਕੀਤੀ, ਜਾਂ ਨਾ ਹੀ ਉਹਨਾਂ ਦੇ ਉੱਤੇ ਥੋਪੀ ਗਈ ਹੈ ਜੰਗ। ਉਹ ਜੰਗ ਨਹੀਂ ਸੀ ਲੜਨਾ ਚਾਹੁੰਦੇ। ਹਾਂ, ਗੁਰੂ ਦਾ ਹੁਕਮ ਜਿਹੜਾ ਕਿ ਮੰਨ ਕੇ ਕਿ ਹਰੇਕ ਸਿੱਖ ਜਿਹੜਾ ਉਹ ਸ਼ਸਤਰਧਾਰੀ ਹੋਣਾ ਚਾਹੀਦਾ ਤੇ ਦੂਜਾ ਇੱਕ ਗੁਰੂ ਦਾ ਹੁਕਮ ਆ ਕਿ ਗੁਰੂ ਦੇ ਦਰ ਦੇ ਉੱਤੇ ਜੇ ਕੋਈ ਭੁੱਖਾ ਮਜ਼ਲੂਮ ਆਉਂਦਾ ਤੇ ਉਹਦਾ ਸਵਾਗਤ ਦੇਗ ਨਾਲ ਹੋਵੇ ਤੇ ਜੇ ਕੋਈ ਹਮਲਾਵਰ ਬਣ ਕੇ ਜ਼ਾਲਮ ਆਵੇ ਤੇ ਉਹਦਾ ਸਵਾਗਤ ਜਿਹੜਾ ਉਹ ਤੇਗ ਨਾਲ ਹੋਣਾ ਚਾਹੀਦਾ। ਇਹ ਸਿੱਖ ਸਿਧਾਂਤ ਆ ਤੇ ਇਹ ਗਵਾਹੀ ਹੈ ਕਿ ਕੋਈ ਵੀ ਲੋੜਵੰਦ ਭੁੱਖਾ, ਹਾਲਾਂਕਿ ਜਿਹੜਾ ਗੁਰੂ ਰਾਮਦਾਸ ਲੰਗਰ ਇੱਥੇ ਕੋਈ ਵੀ ਮਜ਼ਲੂਮ ਆਉਂਦਾ, ਭੁੱਖਾ ਆਉਂਦਾ, ਅੰਮ੍ਰਿਤਸਰ ਦੇ ਵਿੱਚ ਕਿਹਾ ਜਾਂਦਾ ਕਿ ਕੋਈ ਵੀ ਭੁੱਖਾ ਨਹੀਂ ਸੌਂਦਾ।
ਗੁਰੂ ਰਾਮਦਾਸ ਦੇ ਲੰਗਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਤੇ ਜਿਸ ਵੇਲੇ ਭਾਰਤੀ ਹਕੂਮਤ ਹਮਲਾਵਰ ਬਣ ਕੇ ਆਈ, ਹਾਲਾਂਕਿ ਇਹ ਜਿਹੜਾ ਕਿ ਸੰਤ ਜਰਨੈਲ ਸਿੰਘ ਹੋਰਾਂ ਨੇ ਜੰਗ ਨਹੀਂ ਸ਼ੁਰੂ ਕੀਤੀ, ਜੰਗ ਉਹਨਾਂ ਦੇ ਉੱਤੇ ਥੋਪੀ ਗਈ। ਜਦੋਂ ਕਿਸੇ ਦੇ ਘਰ ਦੇ ਉੱਤੇ ਕੋਈ ਹਮਲਾ ਕਰਕੇ ਆਵੇ ਤੇ ਘਰ ਵਾਲਿਆਂ ਵਾਸਤੇ ਹੋਰ ਕੋਈ ਰਸਤਾ ਹੀ ਨਹੀਂ ਰਹਿ ਜਾਂਦਾ। ਦੋ ਰਸਤੇ ਉਹਨਾਂ ਕੋਲ ਹੁੰਦੇ, ਜਾਂ ਤੇ ਉਹ ਬੇਗੈਰਤੀ ਵਾਲੀ ਜਿਹੜੀ ਆ ਇੱਕ ਰਾਹ ਚੁਣ ਲੈਣ ਤੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦੇਣ, ਤੇ ਗੈਰਤਮੰਦਾਂ ਦਾ ਰਾਹ ਜਿਹੜਾ ਇੱਕੋ ਹੀ ਹੁੰਦਾ ਕਿ ਉਹ ਹਥਿਆਰ ਚੁੱਕਣ ਤੇ ਉਹਦਾ ਮੁਕਾਬਲਾ ਕਰਨ। ਤੇ ਇਹ ਰਾਹ ਜਿਹੜਾ ਸੰਤ ਜਰਨੈਲ ਸਿੰਘ ਤੇ ਜੁਝਾਰੂ ਸਿੰਘਾਂ ਨੇ ਚੁਣਿਆ। ਪਰ ਇਸ ਜੰਗ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਂ ਸਿੱਖ ਕੌਮ ਦੋਸ਼ੀ ਨਹੀਂ। ਇਹਦੇ ਲਈ ਹਮਲਾ ਕਰਨ ਵਾਲੀ ਧਿਰ ਜਿਹੜੀ ਆ ਭਾਰਤੀ ਸਟੇਟ ਉਹ ਜ਼ਿੰਮੇਵਾਰ ਹੈ, ਕਿਉਂਕਿ 4 ਚੁਫੇਰੇ ਤੋਂ ਘੇਰਾਬੰਦੀ ਕਰਨ ਤੋਂ ਬਾਅਦ ਜਿਹੜਾ ਕਿ ਦਰਬਾਰ ਸਾਹਿਬ ਦੇ ਉੱਤੇ 4 ਚੁਫੇਰਿਓਂ ਫਾਇਰਿੰਗ ਸ਼ੁਰੂ ਕੀਤੀ ਤੇ ਜਿਹਦਾ ਜਵਾਬ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਦਿੱਤਾ ਗਿਆ। ਹਜ਼ਾਰਾਂ ਸਿੰਘਾਂ ਸਿੰਘਣੀਆਂ ਅਤੇ ਬੱਚੇ ਬੱਚੀਆਂ ਦਾ ਕਤਲੇਆਮ ਕੀਤਾ ਗਿਆ। ਇਹ ਇੱਕ ਐਸਾ ਵਹਿਸ਼ਿਆਨਾ ਤੇ ਕਾਤਲਾਨਾ ਕਾਰਾ ਸੀ ਜਿਸ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਲਹੂ ਲੁਹਾਨ ਕਰ ਸੁੱਟਿਆ ਸੀ। ਮਕਸਦ ਜੇ ਕੁਝ ਲੋਕਾਂ ਨੂੰ ਫੜਨਾ ਹੁੰਦਾ ਤੇ ਇਹਦੇ ਲਈ ਉਹ ਹੋਰ ਕੋਈ ਵੀ ਦਿਨ ਜਿਹੜਾ ਚੁਣ ਸਕਦੇ ਸੀ। ਮਕਸਦ ਅਸਲ ਵਿੱਚ ਇਹ ਸੀਗਾ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨੀ ਆ ਤੇ ਇੰਨੀ ਵੱਡੀ ਸੱਟ ਜਿਹੜੀ ਆ ਕਿ ਸਿੱਖ ਕੌਮ ਨੂੰ ਮਾਰਨੀ ਆ ਕਿ ਸਿੱਖ ਕੌਮ ਦੁਬਾਰਾ ਸਿਰ ਨਾ ਚੁੱਕ ਸਕੇ। ਇਸ ਕਰਕੇ ਇਹ ਜਿਹੜਾ ਦਿਨ ਚੁਣਿਆ ਗਿਆ, ਜਿਸ ਵੇਲੇ ਜੂਨ ਦੇ ਮਹੀਨੇ ਵਿੱਚ ਪੂਰੀ ਕੌਮ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਜਿਹੜਾ ਕਿ ਮਨਾ ਰਹੀ ਸੀ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸੀ। ਤੇ ਉਸ ਦੌਰਾਨ ਹੀ ਜਿਹੜਾ ਕਿ 4 ਚੁਫੇਰਿਓਂ ਘੇਰਾਬੰਦੀ ਕਰਕੇ ਮੋਰਚੇ ਲਾ ਕੇ ਜਿਹੜਾ ਕਿ ਇੱਕਦਮ ਜਿਹੜੀ ਆ 4 ਚੁਫੇਰਿਓਂ ਫਾਇਰਿੰਗ ਖੋਲ੍ਹ ਦਿੱਤੀ ਗਈ, ਜਿਹਦੇ ਨਾਲ ਬਹੁਤ ਸ਼ਰਧਾਲੂ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਮਾਰੀਆਂ ਗਈਆਂ। ਤੇ ਅਖੀਰ ਜਿਹੜਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਇਸ ਹਮਲੇ ਦਾ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ। ਪਰ ਕਰਮਾਂ ਮ੍ਰਿਤਕ ਦੇਹਾਂ ਅਤੇ ਲਹੂ ਦੀਆਂ ਛਪੜੀਆਂ ਵਿੱਚ ਬਦਲ ਚੁੱਕੀ ਸੀ। ਸਰੋਵਰ ਦਾ ਪਵਿੱਤਰ ਜਲ ਲਹੂ ਨਾਲ ਰੰਗਿਆ ਜਾ ਚੁੱਕਾ ਸੀ। ਕਈ ਜਿਹੜੇ ਕਿ ਕਿਤਾਬ ਜਿਹੜੀ ਆ ਮੈਂ ਇਸ ਵਾਸਤੇ ਇੱਕ ਜਿਹੜੀ ਆ ਕਿ ਤਿਆਰ ਕੀਤੀ ਤਾਂ ਕਿ ਘੱਲੂਘਾਰੇ ਦਾ ਜਿੰਨਾ ਵੀ ਸੱਚ ਜਿਹੜਾ ਕਿ ਉਹ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ। ਇਹਦੇ ਲਈ ਉਹ ਮੌਕੇ ਦੇ ਗਵਾਹ ਜਿਹੜੇ ਕਿ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੀ, ਜਿਨ੍ਹਾਂ ਦੇ ਵਿੱਚੋਂ ਕਈ ਸ਼ਰਧਾਲੂ ਸਿੱਖ, ਕਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਕਈ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਾਥੀ ਜਿਹੜੇ ਕਿ ਉਸ ਤੋਂ ਬਾਅਦ ਜੋਧਪੁਰ ਜੇਲ੍ਹ ਦੇ ਵਿੱਚ ਵੀ ਰਹੇ, ਉਹਨਾਂ ਨਾਲ ਮੈਂ ਮੁਲਾਕਾਤਾਂ ਕੀਤੀਆਂ। ਜਿਹਦੇ ਇਹ ਕਿਤਾਬ ਜਿਹੜੀ ਆ ਕਿ ਘੱਲੂਘਾਰਾ ਜੂਨ 1984 ਜਿਹੜੀ ਆ ਕਿ ਇਹ ਤਿਆਰ ਕੀਤੀ ਹੈ। ਇਹਦੇ ਵਿੱਚ ਕਈ ਗਵਾਹੀਆਂ ਨੇ ਇੱਦਾਂ ਦੀਆਂ ਕਿ ਕਿਸ ਤਰੀਕੇ ਦੇ ਨਾਲ ਜੁਝਾਰੂ ਸਿੰਘਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਕਿਸ ਸਿਦਕ ਦਿਲੀ ਦੇ ਨਾਲ ਉਹ ਜੂਝੇ, ਭੁੱਖੇ ਤਿਹਾਏ ਰਹਿ ਕੇ ਲਗਾਤਾਰ ਜਿਹੜਾ ਕਿ 72 ਘੰਟੇ ਵੀ ਉਹਨਾਂ ਨੇ ਕਿਸ ਤਰ੍ਹਾਂ ਮੁਕਾਬਲਾ ਕੀਤਾ। ਇਸ ਤੋਂ ਇਲਾਵਾ ਜਿਹੜਾ ਕਿ ਕਈ ਇੱਦਾਂ ਦੇ ਗਵਾਹ ਵੀ ਨੇ ਜਿਨ੍ਹਾਂ ਨੇ ਉਹ ਕਹਿਰ ਹੁੰਦਾ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਜਦੋਂ ਇਹ ਕਿਹਾ ਜਾਂਦਾ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਪੂਰਾ ਕੰਟਰੋਲ ਕਰ ਲਿਆ ਸੀ। ਉਸ ਤੋਂ ਬਾਅਦ ਨਿਹੱਥੀਆਂ ਸਿੱਖ ਸੰਗਤਾਂ ਨੂੰ ਕਿਸ ਤਰੀਕੇ ਦੇ ਨਾਲ ਕੋਹ ਕੇ ਕਤਲ ਕੀਤਾ ਗਿਆ, ਇਹਦੀ ਗਵਾਹੀ ਇੱਕ ਸਰਦਾਰ ਛੋਟਾ ਸਿੰਘ ਨੇ, ਜਿਹੜੀ ਇਸ ਕਿਤਾਬ ਦੇ ਵਿੱਚ ਦਰਜ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸੇਵਾਦਾਰ ਦੇ ਤੌਰ ਦੇ ਉੱਤੇ ਕੰਮ ਕਰਦੇ ਤੇ ਅੱਜ ਵੀ ਉਹ ਇੱਥੇ ਹੀ ਨੇ। ਉਹਨਾਂ ਨੇ ਦੱਸਿਆ ਕਿ ਜਿਸ ਵੇਲੇ ਇਹਨਾਂ ਨੇ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਤਲੇਆਮ ਕੀਤੀ, ਉਹਨਾਂ ਨੇ ਜਿਹੜੀ ਉਹਨਾਂ ਦੀ ਗਵਾਹੀ ਇਸ ਕਿਤਾਬ ਦੇ ਵਿੱਚ ਦਰਜ ਹੈ। ਉਹਦੇ ਵਿੱਚ ਉਹ ਦੱਸਦੇ ਆ ਕਿ ਪਹਿਲਾਂ ਫੌਜ ਨੇ ਗੁਰੂ ਰਾਮਦਾਸ ਸਰਾਂ ਦੇ ਸਾਰੇ ਹੇਠਲੇ ਕਮਰਿਆਂ 'ਚੋਂ ਬਿਸਤਰੇ ਬਾਹਰ ਕੱਢ ਕੇ ਉਹਨਾਂ ਦਾ ਢੇਰ ਲਾਇਆ ਤੇ ਫਿਰ ਉਹਨਾਂ ਨੂੰ ਅੱਗ ਲਾ ਦਿੱਤੀ। ਪਾਣੀ ਤੇ ਬਿਜਲੀ ਨਾ ਹੋਣ ਕਾਰਨ ਭਾਵੇਂ ਸਾਰੀ ਸੰਗਤ ਦਾ ਬੁਰਾ ਹਾਲ ਸੀ, ਪਰ ਬਜ਼ੁਰਗ ਤੇ ਬੱਚੇ ਤਾਂ ਪਾਣੀ ਕੋਲੋਂ ਦਮ ਤੋੜਦੇ ਜਾ ਰਹੇ ਸੀ। ਤੇ ਉਹ ਕਹਿੰਦੇ ਕਿ ਇਸ ਵੇਲੇ ਮੈਂ ਆਪਣੀਆਂ ਅੱਖਾਂ ਸਾਹਮਣੇ ਇੱਕ ਬੜਾ ਭਿਆਨਕ ਦ੍ਰਿਸ਼ ਵੇਖਿਆ ਕਿ ਭਾਰਤੀ ਫੌਜੀ ਜਿਹੜੇ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਬੀਬੀਆਂ ਤੋਂ ਨਿੱਕੇ ਨਿੱਕੇ ਬੱਚੇ ਜਿਹੜੇ ਕਿ ਉਹਨਾਂ ਦੇ ਕੁੱਛੜ ਸੀ, ਉਹ ਬੱਚੇ ਖੋਹ ਕੇ ਉਹਨਾਂ ਨੂੰ ਉਸ ਅੱਗ ਦੇ ਢੇਰ ਦੇ ਵਿੱਚ ਸੁੱਟੀ ਜਾ ਰਹੇ ਸੀ, ਜਿਹੜਾ ਢੇਰ ਬਿਸਤਰਿਆਂ ਦਾ ਉਹਨਾਂ ਨੇ ਲਾਇਆ ਸੀ ਤੇ ਉਹਨੂੰ ਅੱਗ ਲਾਈ ਹੋਈ ਸੀ।
ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਬੀਬੀਆਂ ਅੱਗੋਂ ਵਿਰੋਧ ਨਹੀਂ ਸੀ ਕਰਦੀਆਂ, ਤੇ ਉਹਨਾਂ ਨੇ ਕਿਹਾ ਕਿ ਬੀਬੀਆਂ ਬਹੁਤ ਵਿਰੋਧ ਕਰਦੀਆਂ ਸੀ। ਤੇ ਜਦੋਂ ਉਹ ਵਿਰੋਧ ਕਰਦੀਆਂ ਸੀ, ਫਿਰ ਇੱਕ ਫੌਜੀ ਜਿਹੜਾ ਕਿ ਉਹ ਬੀਬੀ ਦੀਆਂ ਬਾਹਾਂ ਨੂੰ ਫੜਦਾ ਸੀਗਾ ਤੇ ਦੂਜਾ ਉਸਦੇ ਬੱਚੇ ਨੂੰ ਖੋਹ ਕੇ ਅੱਗ ਵਿੱਚ ਸੁੱਟ ਦਿੰਦਾ ਸੀ। ਤੇ ਬੀਬੀਆਂ ਦੀਆਂ ਚੀਕਾਂ ਇਸ ਸਮੇਂ ਜਿਹੜੀਆਂ ਸੁਣੀਆਂ ਨਹੀਂ ਸੀ ਜਾ ਰਹੀਆਂ, ਤੇ ਫਿਰ ਵੀ ਇਸ ਹਾਲਤ ਵਿੱਚ ਵੀ ਫੌਜੀ ਉਹਨਾਂ ਬੀਬੀਆਂ ਨੂੰ ਪੌੜੀਆਂ ਦੇ ਵਿੱਚੋਂ ਦੀ ਧੂ ਧੂ ਕੇ ਗੁਰੂ ਰਾਮਦਾਸ ਸਰਾਂ ਦੀ ਉੱਪਰਲੀ ਮੰਜ਼ਿਲ ਦੇ ਕਮਰਿਆਂ 'ਚ ਲਿਜਾ ਰਹੇ ਸੀ। ਇਹ ਜਿਹੜਾ ਕਿ ਇੱਕ ਗਵਾਹੀ ਆ ਕਿ ਉਸ ਵੇਲੇ ਸ਼ਰਾਬੀ ਹੋਏ ਭਾਰਤੀ ਫੌਜ ਦੇ ਜਵਾਨਾਂ ਨੇ ਸ਼ਰਧਾਲੂ ਸਿੱਖਾਂ ਦੀ ਜਿਹੜੀ ਕਤਲੇਆਮ ਕੀਤੀ, ਉੱਥੇ ਸੰਗਤ ਵਿਚਲੀਆਂ ਸ਼ਰਧਾਲੂ ਬੀਬੀਆਂ ਦੇ ਨਾਲ ਉਹਨਾਂ ਫੌਜੀਆਂ ਨੇ ਬਹੁਤ ਜ਼ਿਆਦਾ ਉਹ ਗਲਤ ਕੀਤਾ। ਇਹ ਉਹਦੀ ਗਵਾਹੀ ਜਿਹੜੀ ਆ ਕਿ ਇਹ ਛੋਟਾ ਸਿੰਘ ਦੀ ਇਸ ਜਿਹੜੀ ਮੁਲਾਕਾਤ ਹੈ ਉਹਦੇ ਵਿੱਚੋਂ ਮਿਲਦੀ ਹੈ। ਬੀਬੀਆਂ ਦੀ ਦਸ਼ਾ ਅਤ ਦਰਦਨਾਕ ਤੇ ਭਿਆਨਕ ਸੀ। ਇਹਨਾਂ ਬੀਬੀਆਂ ਵਿੱਚ ਉਹ ਬੀਬੀਆਂ ਵੀ ਸਨ ਜਿਨ੍ਹਾਂ ਦੇ ਮਾਸੂਮ ਬੱਚੇ ਫੌਜੀਆਂ ਦੀਆਂ ਗੰਨਾਂ ਅਤੇ ਬਾਰੂਦ ਦੀ ਅੱਗ ਨੇ ਸਰਾਂ ਵਿੱਚ ਹੀ ਨਿਗਲ ਲਏ ਤੇ ਸੁਹਾਗ ਲੁੱਟ ਲਏ। ਪੁੱਤਰਾਂ ਦੀ ਰੋਸ਼ਨੀ ਮੌਤ ਦੇ ਹਨੇਰੇ ਵਿੱਚ ਗੁੰਮ ਹੋ ਗਈ। ਉਹਨਾਂ ਬੀਬੀਆਂ ਦੇ ਨਾਲ ਕੀ ਕੁਝ ਕੀਤਾ ਗਿਆ, ਇਹਦੀ ਜੇ ਅਸੀਂ ਗਵਾਹੀ ਦੇਖਣੀ ਹੋਵੇ ਤੇ ਇੱਕ AR ਦਰਸ਼ੀ ਉਹਨਾਂ ਨੇ ਕਿਤਾਬ ਲਿਖੀ ਹੈ, ਜਿਹਦਾ ਪੰਜਾਬੀ ਵਿੱਚ ਟਰਾਂਸਲੇਸ਼ਨ ਜਾਂਬਾਜ਼ ਰਾਖਾ ਦੇ ਨਾਂ ਹੇਠ ਹੋਈ ਹੈ। ਤੇ ਇਹਦੇ ਵਿੱਚ ਉਹਨਾਂ ਨੇ ਆਪਣੀਆਂ, ਕਿਉਂਕਿ ਉਹ ਅਫਸਰ ਸੀਗੇ ਤੇ ਉਸ ਵੇਲੇ ਜਿਨ੍ਹਾਂ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਸੀ, ਉਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਜਾ ਕੇ ਉਹਨਾਂ ਨੇ ਮੁਲਾਕਾਤਾਂ ਕੀਤੀਆਂ। ਤੇ ਉਹ ਲਿਖਦੇ ਆਪਣੀ ਕਿਤਾਬ ਦੇ ਵਿੱਚ, ਇਸ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫੌਜ ਨੇ ਬੱਚਿਆਂ ਅਤੇ ਔਰਤਾਂ ਤੱਕ ਨੂੰ ਬੇਰਹਿਮੀ ਨਾਲ ਕਤਲ ਕੀਤਾ। ਜਿੰਦਾ ਬਚੇ ਕੁਝ ਲੋਕਾਂ ਨੇ ਮੈਨੂੰ ਦੱਸਿਆ, ਉਹ ਲਿਖ ਰਹੇ ਨੇ ਜਿਹੜਾ ਉਹਨਾਂ ਨੇ AR ਦਰਸ਼ੀ ਹੋਰਾਂ ਨੂੰ ਦੱਸਿਆ ਕਿ ਜਵਾਨ ਔਰਤਾਂ ਅਤੇ ਲੜਕੀਆਂ ਨਾਲ ਫੌਜ ਨੇ ਜਬਰ ਜਨਾਹ ਕੀਤਾ ਤੇ ਉਹਨਾਂ ਵਿੱਚੋਂ ਕੁਝ ਨੂੰ ਮਾਰ ਦਿੱਤਾ, ਤਾਂ ਵੀ ਕੁਝ ਜਿੰਦਾ ਬਚ ਗਈਆਂ ਤੇ ਉਹਨਾਂ ਨੇ ਆਪਣੀਆਂ ਦਰਦਨਾਕ ਹੱਡਬੀਤੀਆਂ ਸੁਣਾਈਆਂ। ਇੱਕ 20 ਸਾਲ ਦੀ ਜਵਾਨ ਔਰਤ ਜੋ ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਬੰਦ ਸੀ ਨੇ ਮੈਨੂੰ ਦਹਿਸ਼ਤ ਦੀ ਇੱਕ ਦਿਲ ਕੰਬਾਊ ਮਿੱਥਿਆ ਸੁਣਾਈ। ਉਸ ਦੇ ਪਤੀ ਨੇ ਇੱਕ ਨਵਾਂ ਟਰੱਕ ਖਰੀਦਿਆ ਸੀ। 2 ਮਹੀਨੇ ਪਹਿਲਾਂ ਉਹਨਾਂ ਦੇ ਘਰ ਇੱਕ ਲੜਕਾ ਵੀ ਜਨਮਿਆ ਸੀ। ਇਸ ਲਈ ਉਸ ਦਾ ਪਤੀ ਆਪਣੀ ਦਾਦੀ ਸਮੇਤ ਪਰਿਵਾਰ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਲਈ ਲੈ ਗਿਆ। ਉਹ ਗਿਣਤੀ 'ਚ ਕੁੱਲ 14 ਜਣੇ ਸਨ। ਇਸ ਜਵਾਨ ਔਰਤ ਅਤੇ 80 ਕੁ ਸਾਲਾਂ ਦੀ ਦਾਦੀ ਤੋਂ ਛੁੱਟ ਬਾਕੀ ਸਭ ਨੂੰ ਖੁੰਖਾਰ ਫੌਜੀਆਂ ਨੇ ਗੋਲੀ ਮਾਰ ਦਿੱਤੀ। ਉਸ ਦੇ 2 ਮਹੀਨੇ ਦੇ ਬੱਚੇ ਨੂੰ ਵੀ ਮਾਰ ਦਿੱਤਾ ਗਿਆ ਤੇ ਉਸ ਬੀਬੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਫਿਰ ਫੌਜੀ ਕੈਂਪ ਦੇ ਵਿੱਚ ਲਿਜਾਇਆ ਗਿਆ। ਇੱਕ ਹੋਰ ਸ਼ਾਦੀशुदा ਲੜਕੀ ਜੋ ਲੁਧਿਆਣਾ ਜੇਲ੍ਹ 'ਚ ਹੀ ਸੀ, ਨਾਲ ਵੀ ਫੌਜੀਆਂ ਨੇ ਸਮੂਹਿਕ ਤੌਰ ਤੇ ਮੂੰਹ ਕਾਲਾ ਕੀਤਾ। ਇੱਕ ਘਟਨਾ ਉਹ ਹੋਰ ਦੱਸਦੇ ਆ, ਕਹਿੰਦੇ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ ਪੌਂਟਾ ਸਾਹਿਬ ਦੀ ਇੱਕ ਸਿੱਖ ਅਧਿਆਪਕਾ ਨੇ ਸੁਣਾਈ। ਉਹ ਅਤੇ ਉਸਦੇ 2 ਅਧਿਆਪਕ ਸਾਥੀ, ਇੱਕ ਮਰਦ ਅਤੇ ਇੱਕ ਔਰਤ, 6 ਤੋਂ 14 ਸਾਲ ਦੀ ਉਮਰ ਤੱਕ ਦੇ 65 ਬੱਚੇ ਲੈ ਕੇ ਬੱਸ ਰਾਹੀਂ 2 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਦਰਬਾਰ ਸਾਹਿਬ ਸਮੂਹ 'ਚ ਆਏ ਸਨ। ਫੌਜ ਵੱਲੋਂ ਸਖਤ ਕਰਫਿਊ ਲਾਏ ਜਾਣ ਕਾਰਨ ਉਹ ਇੱਥੇ ਘਿਰ ਗਏ। ਬਚ ਨਿਕਲਣ ਦਾ ਕੋਈ ਵੀ ਰਸਤਾ ਨਾ ਹੋਣ ਕਾਰਨ ਗੁਰੂ ਰਾਮਦਾਸ ਸਰਾਂ ਦੇ ਹਾਲ ਕਮਰੇ ਦੇ ਵਿੱਚ ਵੜ ਗਏ ਤੇ ਖੂਨ ਦੇ ਤਿਹਾਏ ਫੌਜੀ ਭੇੜੀਆਂ ਨੇ ਮਰਦ ਅਧਿਆਪਕ ਦੇ ਨਾਲ 33 ਮਾਸੂਮ ਬੱਚਿਆਂ ਨੂੰ 5 ਤੇ 6 ਜੂਨ ਦੀ ਵਿਚਾਲੜੀ ਰਾਤ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਬਾਕੀ ਦੇ ਪਤਾ ਨਹੀਂ ਕਿਵੇਂ ਗੋਲੀਆਂ ਦੀ ਮਾਰ ਤੋਂ ਚਮਤਕਾਰੀ ਤਰੀਕੇ ਨਾਲ ਬਚ ਗਏ। ਤੇ ਇਹ ਜਵਾਨ ਅਧਿਆਪਕਾ ਜਿਸ ਨੇ ਲੁਧਿਆਣਾ ਜੇਲ੍ਹ 'ਚ ਮੈਨੂੰ ਇਹ ਖੌਫਨਾਕ ਕਹਾਣੀ ਸੁਣਾਈ, ਨਾਲ ਫੌਜੀਆਂ ਨੇ ਬਲਾਤਕਾਰ ਕੀਤਾ ਤੇ ਉਸ ਦੀ ਸਾਥਣ ਅਧਿਆਪਕਾ ਜਿਹੜੀ ਸੀ ਉਸ ਨੂੰ ਵੀ ਅਣਦੱਸੀ ਥਾਂ ਤੇ ਲੈ ਗਏ। ਇਹ ਜਿਹੜੀਆਂ ਇਹ AR ਦਰਸ਼ੀ ਜਿਹੜੇ ਇੱਕ ਹਿੰਦੂ ਅਫਸਰ ਉਸ ਟਾਈਮ ਦੇ, ਉਹਨਾਂ ਦੀ ਇਹ ਗਵਾਹੀ ਹੈ। ਤੇ ਇਸ ਤੋਂ ਸਾਬਤ ਹੁੰਦਾ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸ਼ਰਧਾਲੂ ਸਿੱਖ ਸੰਗਤਾਂ ਸੀ ਉਹਨਾਂ ਦੇ ਨਾਲ, ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਜ਼ੁਲਮ ਕੀਤਾ ਤੇ ਕਿਸ ਤਰ੍ਹਾਂ ਨਿਹੱਥੀਆਂ ਸ਼ਰਧਾਲੂ ਸਿੱਖ ਔਰਤਾਂ ਦੇ ਨਾਲ ਬਲਾਤਕਾਰ ਕੀਤੇ। ਸੰਤਾਂ ਦੀ ਸਰਪ੍ਰਸਤੀ ਹੇਠ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਭਾਰਤੀ ਫੌਜ ਨਾਲ ਲੜੀ ਜਾ ਰਹੀ ਜੰਗ ਨੂੰ 2 ਘੰਟਿਆਂ ਦੀ ਥਾਂ 72 ਘੰਟਿਆਂ ਵਿੱਚ ਸਿੰਘਾਂ ਨੇ ਬਦਲ ਕੇ ਰੱਖ ਦਿੱਤਾ।
ਬਹੁਤ ਹੀ ਸੀਮਤ ਹਥਿਆਰਾਂ ਦੇ ਨਾਲ ਆਪਣੀ ਸਿਦਕ ਦਿਲੀ ਦੇ ਨਾਲ ਜੁਝਾਰੂ ਸਿੰਘਾਂ ਨੇ 72 ਘੰਟੇ ਜਿਹੜਾ ਕਿ ਭਾਰਤੀ ਫੌਜ ਨੂੰ ਰੋਕੀ ਰੱਖਿਆ ਤੇ ਆਪਣੀ ਇਸ ਸ਼ਰਮਿੰਦਗੀ ਤੇ ਪਰਦਾ ਪਾਉਣ ਦੇ ਲਈ, ਕਿਉਂਕਿ ਇਹ ਟਾਰਾਂ ਮਾਰੀਆਂ ਸੀਗੀਆਂ ਉਹਨਾਂ ਨੇ ਕਿ ਅਸੀਂ 2 ਘੰਟਿਆਂ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲੇ ਜਿਹੜੀ ਸੂਚਨਾ ਸੀ, ਜਿੰਨੇ ਕੁ ਹਥਿਆਰ ਅੰਦਰ ਸੀ ਉਹਨਾਂ ਦੇ ਕੋਲੇ, ਜੁਝਾਰੂ ਸਿੰਘਾਂ ਦੇ ਕੋਲ, ਉਹਨਾਂ ਹਥਿਆਰਾਂ ਤੋਂ ਅੰਦਾਜ਼ਾ ਲਾ ਕੇ ਉਹਨਾਂ ਨੇ ਕਿਹਾ ਸੀਗਾ ਕਿ 2 ਘੰਟਿਆਂ ਦੇ ਵਿੱਚ ਅਸੀਂ ਜਿਹੜਾ ਕਿ ਸਾਰਾ ਕੁਝ ਕੰਟਰੋਲ ਕਰ ਲਾਂਗੇ। ਪਰ ਜੁਝਾਰੂ ਸਿੰਘਾਂ ਦੇ ਕੋਲ ਜਿਹੜੀ ਇੱਕ ਚੀਜ਼ ਸੀ, ਸਿਰੜ ਤੇ ਸਪਿਰਿਟ, ਜਿਹੜੀ ਜੁਝਾਰੂ ਸਪਿਰਿਟ ਜਿਹੜੀ ਆ ਉਹਨਾਂ ਦੀ, ਉਹਦੇ ਆਸਰੇ ਤੇ ਉਹ ਲੜੇ ਅਤੇ 72 ਘੰਟੇ ਤੱਕ ਉਹਨਾਂ ਨੇ ਭੁੱਖੇ ਤੇ ਆਏ ਰਹਿ ਕੇ ਵੀ ਜਿਹੜਾ ਕਿ ਫੌਜ ਨੂੰ ਅੰਦਰ ਕਦਮ ਨਹੀਂ ਰੱਖਣ ਦਿੱਤਾ। ਤੇ ਜਿੰਨੇ ਕੁ ਹਥਿਆਰ ਉਹਨਾਂ ਦੇ ਕੋਲ ਸੀ, ਉਹ ਮੌਕੇ ਦੇ ਗਵਾਹ ਦੱਸਦੇ ਆ ਕਿ ਉਹਨਾਂ ਦੀਆਂ ਨਾਲੀਆਂ ਜਿਹੜੀਆਂ ਗਰਮ ਹੋ ਕੇ, ਜਿਹੜਾ ਕਿਉਂਕਿ ਲਗਾਤਾਰ ਇੱਕ ਹਥਿਆਰ ਨੂੰ ਵਰਤਣ ਤੋਂ ਬਾਅਦ ਉਹਨੂੰ ਚੇਂਜ ਕਰਨਾ ਪੈਂਦਾ ਜਦੋਂ ਉਹਦੀ ਨਾਲੀ ਗਰਮ ਹੋ ਜਾਂਦੀ ਹੈ, ਪਰ ਉਹਨਾਂ ਕੋਲ ਇੰਨੇ ਸੀਮਤ ਹਥਿਆਰ ਸੀ ਕਿ ਉਹ ਨਾਲੀਆਂ ਪਿਘਲਣ ਦੀ ਹੱਦ ਤੱਕ ਚਲੇ ਗਈਆਂ ਸੀ। ਉਸ ਦੇ ਬਾਵਜੂਦ ਜਿਹੜੇ ਕਿ ਭੁੱਖੇ ਤੇ ਆਏ ਸਿੰਘ ਆਖਰੀ ਦਮ ਤੱਕ ਲੜਦੇ ਰਹੇ। ਤੇ ਇਹ ਵੇਖ ਕੇ ਜਿਹੜਾ ਕਿ ਇੱਕ ਫੌਜੀ ਅਫਸਰ ਨੇ ਕਿਹਾ ਸੀ ਕਿ ਇਦਾਂ ਦੇ ਜਿਹੜੇ ਆ ਲੜਨ ਵਾਲੇ ਸਪਿਰਿਟ ਵਾਲੇ ਜਿਹੜੇ ਬੰਦੇ, ਮੇਰੇ ਕੋਲ 200 ਬੰਦਾ ਵੀ ਹੋਵੇ ਤੇ ਮੈਂ ਜਿਹੜਾ ਕਿ ਚੀਨ ਨੇ ਹੁਣ ਤੱਕ ਇਲਾਕਾ ਜਿਹੜਾ ਇੰਡੀਆ ਦਾ ਮੱਲਿਆ ਹੋਇਆ ਮੈਂ ਛਡਾ ਸਕਦਾ। ਤੇ ਇਹੀ ਕਾਰਨ ਹੈ ਕਿ ਆਪਣੀ ਇਸ ਸ਼ਰਮਿੰਦਗੀ ਦੇ ਉੱਤੇ ਪਰਦਾ ਪਾਉਣ ਦੇ ਲਈ ਉਹਨਾਂ ਨੇ ਕਿ ਇੱਕ ਨਿੱਕੇ ਜਿਹੇ ਥੋੜ੍ਹੇ ਜਿਹੇ ਹਥਿਆਰਾਂ ਦੇ ਨਾਲ ਸਾਨੂੰ 72 ਘੰਟੇ ਉਹਨਾਂ ਨੇ ਰੋਕੀ ਰੱਖਿਆ। ਉਹ ਬੜੇ ਵੱਡੇ ਪੱਧਰ ਦੇ ਹਥਿਆਰ ਬਾਹਰੋਂ ਲਿਜਾ ਕੇ ਉੱਥੇ ਰੱਖੇ ਗਏ ਤੇ ਇਹ ਦਿਖਾਇਆ ਗਿਆ ਕਿ ਅੰਦਰੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ ਹਥਿਆਰ ਉਹ ਬਰਾਮਦ ਹੋਏ ਆ। ਇਸ ਹਮਲੇ ਦਾ ਸਿਖਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਅਨੇਕਾਂ ਸਾਥੀ ਸਿਰਲੱਥ ਜੁਝਾਰੂ ਸਿੰਘਾਂ ਦੀਆਂ ਸ਼ਹੀਦੀਆਂ ਨਾਲ ਹੋਇਆ, ਜੋ ਆਖਰੀ ਸਾਹਾਂ ਤੱਕ ਸਿੱਖ ਕੌਮ ਦੀਆਂ ਹਕੀਕੀ ਮੰਗਾਂ ਲਈ ਜੂਝਦੇ ਰਹੇ। ਜਿਸ ਵੇਲੇ ਰਾਜਸੀ ਬੰਦੇ ਜਿਹੜੇ ਨੇ ਜਾਂ ਸਮੇਂ ਦੀਆਂ ਹਕੂਮਤਾਂ ਨੇ, ਉਹ ਆਮ ਲੋਕਾਂ ਦੇ ਉੱਤੇ ਜ਼ੁਲਮ ਕਰਦੀਆਂ, ਜਦੋਂ ਲੋਕੀ ਜ਼ੁਲਮ ਦਾ ਸ਼ਿਕਾਰ ਹੁੰਦੇ ਆ, ਤੇ ਉਸ ਵੇਲੇ ਉਸ ਜ਼ੁਲਮ ਦੇ ਖਿਲਾਫ ਲੜਨ ਦਾ ਫਰਜ਼, ਜਿਹੜਾ ਸਭ ਤੋਂ ਪਹਿਲਾ ਫਰਜ਼ ਉਹ ਧਰਮੀ ਲੋਕਾਂ ਦਾ ਹੀ ਹੁੰਦਾ। ਇਹ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਕੌਮ ਨੂੰ ਕਿ ਜਿਸ ਵੇਲੇ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ, ਉਸ ਵੇਲੇ ਜਿੰਨੇ ਇੱਥੋਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਸੀਗੇ, ਬੇਸ਼ੱਕ ਉਹ ਜੋਗੀ ਹੋਣ ਜਾਂ ਬ੍ਰਾਹਮਣ ਹੋਣ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਆਗੂ ਅਖਵਾਉਂਦੇ ਸੀ, ਇਹ ਸਾਰੇ ਹੀ ਉਸ ਵੇਲੇ ਜਿਹੜੇ ਆ ਕਿ ਅਸੀਂ ਕਹਿ ਸਕਦੇ ਹਾਂ ਕਿ ਕੁੰਦਰਾਂ ਦੇ ਵਿੱਚ ਜਾ ਕੇ ਲੁਕ ਗਏ। ਤੇ ਸਮੇਂ ਦੇ ਹਾਕਮ ਜਿਹੜੇ ਸੀ, ਉਹ ਵੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਆਮ ਲੋਕਾਂ ਨੂੰ ਜ਼ੁਲਮ ਦੇ ਉੱਤੋਂ ਬਚਾਉਣ ਦੀ, ਉਹ ਨਿਭਾ ਨਹੀਂ ਸਕੇ। ਤੇ ਬਾਬਰ ਦੀਆਂ ਫੌਜਾਂ ਦੇ ਜ਼ੁਲਮ ਦਾ ਸ਼ਿਕਾਰ ਜਦੋਂ ਆਮ ਲੋਕ ਹੋਏ, ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਤੇ ਗੁਰੂ ਨਾਨਕ ਸਾਹਿਬ ਹੀ ਮੇਰੇ ਖਿਆਲ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਉਹ ਪਹਿਲੇ ਸ਼ਖਸ ਸੀ ਜਿਨ੍ਹਾਂ ਨੇ ਬਾਬਰ ਦਾ ਵਿਰੋਧ ਕੀਤਾ, ਸਿਧਾਂਤਕ ਤੌਰ ਤੇ ਵਿਰੋਧ ਕੀਤਾ। ਤੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇਲਾ ਲੋ ਦਾ ਨਾਅਰਾ ਜਿਹੜਾ ਲਾ ਕੇ ਕਿ ਆਮ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ। ਇਹਦੇ ਲਈ ਉਹਨਾਂ ਨੂੰ ਬਾਬਰ ਦੀ ਕੈਦ ਦੇ ਵਿੱਚ ਵੀ ਜਾਣਾ ਪਿਆ। ਪਰ ਉਹਨਾਂ ਨੇ ਇਹ ਸਬਕ ਜਿਹੜਾ ਕਿ ਸਿੱਖਾਂ ਨੂੰ ਇੱਕ ਪੜ੍ਹਾਇਆ ਕਿ ਜਿਸ ਵੇਲੇ ਸਮੇਂ ਦੀਆਂ ਹਕੂਮਤਾਂ, ਜਿਨ੍ਹਾਂ ਦੀ ਜ਼ਿੰਮੇਵਾਰੀ ਆਮ ਲੋਕਾਂ ਨੂੰ ਨਿਆਂ ਦੇਣ ਦੀ ਹੈ, ਆਮ ਲੋਕਾਂ ਨੂੰ ਸੁਰੱਖਿਆ ਦੇਣ ਦੀ ਹੈ, ਉਹ ਜਦੋਂ ਆਪਣੇ ਫਰਜ਼ਾਂ ਤੋਂ ਅਵੇਸਲੀਆਂ ਹੋ ਜਾਣ, ਜਾਂ ਜਿਸ ਵੇਲੇ ਆਪ ਹੀ ਉਹ ਲੋਕਾਂ ਲਈ ਜਿਹੜਾ ਕਿ ਮੁਸੀਬਤ ਬਣ ਜਾਣ, ਉਸ ਵੇਲੇ ਧਰਮੀ ਲੋਕਾਂ ਦਾ ਫਰਜ਼ ਹੈ, ਖਾਸ ਤੌਰ ਤੇ ਗੁਰੂ ਦੇ ਸਿੱਖਾਂ ਦਾ, ਕਿ ਉਹ ਇਸ ਜ਼ੁਲਮ ਦਾ ਵਿਰੋਧ ਕਰਨ। ਤੇ ਜੇ ਵਿਰੋਧ ਕੀਤਿਆਂ ਵੀ ਹਕੂਮਤ ਨਹੀਂ ਸਮਝਦੀ ਤੇ ਉਹ ਸ਼ਸਤਰ ਫੜ ਕੇ ਇਸ ਹਕੂਮਤ ਦੇ ਖਿਲਾਫ ਲੜਨ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਜਿਹੜਾ ਆਪਣੇ ਸਿੱਖ ਧਰਮ ਦਾ ਫਰਜ਼, ਜਿਹੜਾ ਕਿ ਪਹਿਲਾ ਫਰਜ਼, ਉਹ ਨਿਭਾਉਣ ਦੇ ਲਈ ਹਕੂਮਤ ਦਾ ਵਿਰੋਧ ਕੀਤਾ ਤੇ ਹਕੂਮਤ ਦੇ ਖਿਲਾਫ ਉਹਨਾਂ ਨੇ ਸੰਘਰਸ਼ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਆ ਜਿਸ ਤਰੀਕੇ ਦੇ ਨਾਲ ਤਬਾਹ ਹੋਈ ਉਸ ਹਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਹਕੂਮਤ ਇਸ ਗੱਲੋਂ ਡਰਦੀ ਸੀ ਕਿ ਜਿਸ ਵੇਲੇ ਸਿੱਖ, ਆਮ ਸਿੱਖ ਜਦੋਂ ਇਸ ਇਮਾਰਤ ਦੇ ਜੋ ਕੁਝ ਇੱਥੇ ਹੋਇਆ ਉਹਦੇ ਦਰਸ਼ਨ ਕਰਨਗੇ ਤੇ ਭਾਰਤੀ ਹਕੂਮਤ ਦੇ ਖਿਲਾਫ ਕਿਸ ਤਰ੍ਹਾਂ ਦਾ ਗੁੱਸਾ ਜਿਹੜਾ ਕਿ ਉਹ ਪੈਦਾ ਹੋਵੇਗਾ। ਕਿਉਂਕਿ ਉਹਨਾਂ ਨੇ ਉਹਦੀ ਇੱਕ ਝਲਕ ਜਿਹੜੀ ਹੈ ਕਿ ਉਹ ਵੇਖ ਲਈ ਸੀ ਜਦੋਂ ਧਰਮੀ ਸਿੱਖ ਫੌਜੀ, ਜਿਨ੍ਹਾਂ ਨੂੰ ਬੈਰਕਾਂ ਦੇ ਵਿੱਚ ਜਦੋਂ ਇਹ ਖਬਰ ਮਿਲੀ ਕਿ ਦਰਬਾਰ ਸਾਹਿਬ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕੀਤਾ ਗਿਆ,
ਤੇ ਉਹਨਾਂ ਨੇ ਬੈਰਕਾਂ ਛੱਡ ਕੇ ਜਿਹੜਾ ਕਿ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਤੇ ਇੱਕ ਕਿਸੇ ਜਾਣਕਾਰ ਦੇ ਦੱਸਣ ਦੇ ਮੁਤਾਬਕ ਉਹ ਕਹਿੰਦਾ ਕਿ ਜਿਸ ਵੇਲੇ ਥਾਂ ਥਾਂ ਤੋਂ ਸਿੱਖ ਫੌਜੀਆਂ ਨੇ ਬਗਾਵਤ ਕੀਤੀ, ਉਸ ਵੇਲੇ ਸਾਰੀ ਦੀ ਸਾਰੀ ਪਾਰਲੀਮੈਂਟ ਜਿਹੜੀ ਉਹ ਕੰਧਾਂ ਦੇ ਵਿੱਚ ਵੱਜਦੀ ਫਿਰਦੀ ਸੀ। ਤੇ ਇਹ ਆਪਣੇ ਪਾਪਾਂ ਨੂੰ ਲੁਕਾਉਣ ਦੇ ਲਈ, ਆਪਣੇ ਜਿਹੜੇ ਉਹਦੇ ਤੇ ਪਰਦਾ ਪਾਉਣ ਲਈ ਆਪਣੀ ਕੀਤੀ ਦੇ ਉੱਤੇ ਇਹ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਉਦੋਂ ਤੱਕ ਕੁਝ ਨਾ ਕਿਸੇ ਤਰੀਕੇ ਜਿਹੜਾ ਜੋ ਕੁਝ ਵੀ ਹੋਇਆ ਵੀ ਇਸ ਦੀ ਮੁਰੰਮਤ ਕੀਤੀ ਜਾਏ, ਤਾਂ ਕਿ ਇਹ ਇਸੇ ਰੂਪ ਦੇ ਵਿੱਚ ਜਿਹੜਾ ਕਿ ਸਿੱਖ ਇਸ ਨੂੰ ਨਾ ਦੇਖਣ, ਨਹੀਂ ਤੇ ਜਿਹੜਾ ਇੱਕ ਬੜੀ ਵੱਡੀ ਬਗਾਵਤ ਜਿਹੜੀ ਹੈ ਕਿ ਸਿੱਖ ਕੌਮ ਵੱਲੋਂ ਹੋ ਸਕਦੀ ਹੈ। ਰਾਜਨੀਤਿਕ ਪੱਧਰ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਖਾਲਿਸਤਾਨ ਕਹਿ ਕੇ ਅਖਬਾਰਾਂ, ਰੇਡੀਓ ਅਤੇ ਟੈਲੀਵਿਜ਼ਨਾਂ ਰਾਹੀਂ ਝੂਠਾ ਪ੍ਰਚਾਰ ਪੂਰੀ ਸ਼ਕਤੀ ਨਾਲ ਕੀਤਾ ਗਿਆ। ਅਸਲ ਵਿੱਚ ਜਦੋਂ ਸਮੇਂ ਦੀਆਂ ਹਕੂਮਤਾਂ ਕਿਸੇ ਵੀ ਕੌਮ ਨੂੰ ਦਬਾਉਣ ਦੇ ਲਈ ਜਿਹੜਾ ਕੁਝ ਕਰਦੀਆਂ, ਮੁਹਿੰਮ ਸ਼ੁਰੂ ਕਰਦੀਆਂ, ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਉਸ ਕੌਮ ਦੇ ਅੰਦਰੋਂ ਜਿਹੜੇ ਆ ਕਿ ਖਰੀਦੇ ਜਾ ਸਕਣ ਵਾਲੇ ਕੁਝ ਲੋਕ ਜਿਹੜੇ ਆ ਵੀ ਉਹਨਾਂ ਨੂੰ ਖਰੀਦਿਆ ਜਾਵੇ, ਤੇ ਜੇ ਉਹ ਖਰੀਦੇ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਡਰਾ ਕੇ ਜਿਹੜਾ ਕਿ ਧਮਕਾ ਕੇ ਆਪਣੀ ਬੋਲੀ ਬੋਲਣ ਲਈ ਮਜਬੂਰ ਕੀਤਾ ਜਾਵੇ। ਤੇ ਇਹ ਮੰਦੇ ਭਾਗ ਨੇ ਸਿੱਖਾਂ ਦੇ ਕਿ ਸਿੱਖਾਂ ਦੇ ਵਿੱਚ ਇਹ ਦੋਨਾਂ ਤਰ੍ਹਾਂ ਦੇ ਲੋਕ ਵੀ ਹੈ ਨੇ, ਜਿਹੜੇ ਕਿ ਹਕੂਮਤ ਤੋਂ ਡਰ ਕੇ ਵੀ ਉਹਨਾਂ ਦੀ ਬੋਲੀ ਬੋਲਦੇ ਆ ਤੇ ਜਾਂ ਖਰੀਦੇ ਵੀ ਜਾਂਦੇ ਆ ਹਕੂਮਤ ਵੱਲੋਂ। ਇਹਨਾਂ ਲੋਕਾਂ ਨੇ ਹੀ ਜਿਹੜਾ ਕਿ ਸਮੇਂ ਦੀ ਹਕੂਮਤ ਦੀ ਬੋਲੀ ਜਿਹੜੀ ਆ ਬੋਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਜਿੰਨੇ ਕੁ ਵੀ ਸੀ, ਇਹਨਾਂ ਨੂੰ ਸਿੱਖ ਕੌਮ ਵੱਲੋਂ ਕੋਈ ਹਮਾਇਤ ਨਹੀਂ ਮਿਲੀ। ਹਾਲਾਂਕਿ ਇਹਨਾਂ ਦਾ ਥਾਂ ਥਾਂ ਦੇ ਉੱਤੇ ਕੌਮ ਵੱਲੋਂ ਤਿਰਸਕਾਰ ਹੋਇਆ, ਤੇ ਕਈਆਂ ਨੂੰ ਜਿਹੜਾ ਕਿ ਅਖੀਰ ਗੱਲ ਦੇ ਵਿੱਚ ਪੱਲੂ ਪਾ ਕੇ ਜਿਹੜਾ ਕਿ ਅਕਾਲ ਤਖਤ ਸਾਹਿਬ ਤੇ ਆ ਕੇ ਪੇਸ਼ ਵੀ ਹੋਣਾ ਪਿਆ, ਜਿਨ੍ਹਾਂ ਦੇ ਵਿੱਚੋਂ ਕੇਂਦਰੀ ਮੰਤਰੀ ਉਸ ਵੇਲੇ ਦਾ ਬੂਟਾ ਸਿੰਘ ਜਿਹੜਾ ਕਿ ਉਹ ਵੀ ਅਸੀਂ ਉਹਦੀ ਮਿਸਾਲ ਦੇ ਸਕਦੇ ਹਾਂ ਕਿ ਅਖੀਰ ਉਹਨੂੰ ਵੀ ਆਪਣੀ ਭੁੱਲ ਬਖਸ਼ਾਉਣ ਲਈ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਪਿਆ ਸੀ। ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ ਦਰਬਾਰ ਸਾਹਿਬ ਦੀਆਂ ਪਵਿੱਤਰ ਕੰਧਾਂ ਤੋਂ ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ। ਅਕਾਲ ਤਖਤ ਸਾਹਿਬ ਦੀ ਸਰਕਾਰ ਵੱਲੋਂ ਮੁੜ ਉਸਾਰੀ ਕੀਤੀ ਗਈ ਤਾਂ ਜੋ ਉਸ ਵੱਲੋਂ ਕੀਤੇ ਜ਼ੁਲਮ ਤੇ ਪਰਦਾ ਪਾਇਆ ਜਾ ਸਕੇ। ਜਿੱਥੋਂ ਤੱਕ ਕਿ ਅਸੀਂ ਸਮਝਦੇ ਹਾਂ ਕਿ ਜਿਹੜੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਹੈ, ਉਹ ਸਮੇਂ ਦੀ ਹਕੂਮਤ ਦੇ ਨਾਲ ਸੌਦੇਬਾਜ਼ੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਰਕੇ ਜਾਂ ਕਿਸੇ ਵੀ ਤਰੀਕੇ ਉਹਨਾਂ ਤੋਂ ਕੁਝ ਪ੍ਰਾਪਤ ਕਰਕੇ ਜਿਹੜਾ ਕਿ ਜੋ ਹਕੂਮਤ ਚਾਹੁੰਦੀ ਸੀ ਵੀ ਉਸ ਤਰ੍ਹਾਂ ਦਾ ਉਹ ਸਭ ਕੁਝ ਕਰਨ ਦਾ ਯਤਨ ਕੀਤਾ ਗਿਆ। ਹਮਲੇ ਦੇ ਨਿਸ਼ਾਨ ਜਿਹੜੇ ਆ ਉਹ ਮਿਟਾਉਣੇ ਸ਼ੁਰੂ ਕੀਤੇ ਗਏ। ਹਾਲਾਂਕਿ ਸਿੱਖ ਆਵਾਮ ਨੇ ਜਿਹੜਾ ਕਿ ਇਸ ਗੱਲ ਨੂੰ ਸਹੀ ਨਹੀਂ ਮੰਨਿਆ, ਤੇ ਪਰ ਇਹ ਇੱਕ ਇਤਿਹਾਸ ਦਾ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਕੌੜਾ ਸੱਚ ਆ ਕਿ ਬਹੁਤ ਹੱਦ ਤੱਕ ਜਿਹੜੇ ਆ ਕਿ ਉਸ ਘੱਲੂਘਾਰੇ ਦੇ ਨਿਸ਼ਾਨ ਜਿਹੜਾ ਕਿ ਗੁਰਦੁਆਰਿਆਂ ਦੇ ਉੱਤੇ ਕਾਬਜ਼ ਜਿਹੜੀ ਧਿਰ ਆ ਕੌਮ ਦੀ, ਵੀ ਉਹਦੇ ਵੱਲੋਂ ਹੀ ਮਿਟਾ ਦਿੱਤੇ ਗਏ। ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਸੀਗੀ ਕਿ ਇਸ ਸਾਰੇ ਘੱਲੂਘਾਰੇ ਦੇ ਜਿੰਨੇ ਵੀ ਨਿਸ਼ਾਨ ਸੀ ਵੀ ਉਹਨਾਂ ਨੂੰ ਉਸੇ ਹੀ ਤਰੀਕੇ ਦੇ ਨਾਲ ਸੰਭਾਲ ਕੇ ਰੱਖਦੀ, ਜਿਸ ਤਰੀਕੇ ਦੇ ਨਾਲ ਜੱਲਿਆਂਵਾਲੇ ਬਾਗ ਦੇ ਵਿੱਚ ਇੱਕ ਨਿਸ਼ਾਨੀ ਜਿਹੜੀ ਆ ਕੋਈ ਸੰਭਾਲੀ ਪਈ ਹੈ। ਕਿਸੇ ਦੇ ਦੋਸ਼ ਲਾਇਆ ਕੋਈ ਅੱਤਵਾਦੀ ਨਹੀਂ ਬਣ ਜਾਂਦਾ। ਇਸ ਦਾ ਨਤਾਰਾ ਤਾਂ ਆਉਣ ਵਾਲਾ ਇਤਿਹਾਸ ਕਰਦਾ ਹੈ ਕਿ ਕਿਸ ਨੇ ਜ਼ੁਲਮ ਕੀਤਾ ਤੇ ਕਿਸ ਨੇ ਸਹਿਆ। ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਾਰ-ਵਾਰ ਜਿਹੜੀ ਇੱਕ ਗੱਲ ਕਹਿੰਦੇ ਸੀ, ਅਸੀਂ ਜੇ ਦੋਹਾਂ ਧਿਰਾਂ ਨੇ ਕੀ ਕੀਤਾ, ਕਿਸ ਨੇ ਜ਼ੁਲਮ ਕੀਤਾ, ਉਹ ਨਿਰਪੱਖ ਪੱਤਰਕਾਰਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਨੂੰ ਹੀ ਵਾਚ ਲਿਆ ਜਾਵੇ ਤੇ ਉਸ ਚੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਹਿਣ ਨੂੰ ਜਿਹੜਾ ਕਿ ਸਮੇਂ ਦੀਆਂ ਹਕੂਮਤਾਂ ਆਪਣੇ ਹੱਕਾਂ ਲਈ ਲੜਨ ਵਾਲਿਆਂ ਨੂੰ, ਆਪਣੀ ਆਜ਼ਾਦੀ ਲਈ ਲੜਨ ਵਾਲਿਆਂ ਨੂੰ ਅੱਤਵਾਦੀ ਕਹਿੰਦੀਆਂ ਆਈਆਂ ਨੇ ਤੇ ਕਹਿੰਦੀਆਂ ਰਹਿਣਗੀਆਂ, ਪਰ ਇਹ ਇਤਿਹਾਸ ਨੇ ਨਿਤਾਰਾ ਕਰਨਾ ਹੁੰਦਾ ਕਿ ਅੱਤਵਾਦੀ ਆਜ਼ਾਦੀ ਲਈ ਲੜਨ ਵਾਲੇ ਸੀ ਜਾਂ ਕਿਸੇ ਦੀ ਆਜ਼ਾਦੀ ਨੂੰ ਆਪਣੀਆਂ ਬੰਦੂਕਾਂ ਦੀ ਨੋਕ ਤੇ, ਆਪਣੀਆਂ ਸੰਗੀਨਾਂ ਦੀ ਨੋਕ ਤੇ ਦਬਾ ਕੇ ਰੱਖਣ ਵਾਲੀ ਜਿਹੜੀ ਹਕੂਮਤ ਹੈ ਕਿ ਉਹ ਅੱਤਵਾਦੀ ਸੀ। ਤੇ ਇਹ ਅਸੀਂ ਸਮਝਦੇ ਹਾਂ ਕਿ ਉਸ ਵੇਲੇ ਨਿਰਪੱਖ ਪੱਤਰਕਾਰ ਜਿਹੜੇ ਨੇ ਉਹਨਾਂ ਸਾਰਿਆਂ ਦੀਆਂ ਰਿਪੋਰਟਾਂ ਨੂੰ ਜੇ ਧਿਆਨ ਨਾਲ ਪੜ੍ਹਿਆ ਜਾਵੇ ਤੇ ਉਹਦੇ 'ਚੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਤਵਾਦੀ ਹਿੰਦੁਸਤਾਨ ਦੀ ਸਟੇਟ ਸੀ, ਨਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ।